ਵੈਲਕਮ ਦੋਸਤੋ, ਲਰਨ ਬੈਟਰ ਚੈਨਲ 'ਚ ਤੁਹਾਡਾ ਸਵਾਗਤ ਹੈ। ਅਸੀਂ ਐਜੂਕੇਸ਼ਨਲ ਵੀਡੀਓਜ਼ ਬਣਾਉਂਦੇ ਹਾਂ ਤੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਸਕਦੇ ਹੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਅੱਜ ਅਸੀਂ ਗੱਲ ਕਰਾਂਗੇ ਐਸਐਸ ਬੋਰਡ ਦੀ ਐਡਵਰਟਾਈਜ਼ਮੈਂਟ ਨੰਬਰ 1 ਦੀ, ਜੋ ਕਿ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ। ਸੋ ਇਹਦੇ ਵਿੱਚ ਪਟਵਾਰੀ ਤੇ ਜ਼ਿਲ੍ਹਾਦਾਰ ਦੀਆਂ ਪੋਸਟਾਂ ਨੇ। ਇਹਨੂੰ ਭਰਨ ਦੀ ਜਿਹੜੀ ਤਰੀਕ ਆ ਉਹ ਦਿੱਤੀ ਗਈ ਹੈ 14/1/2021 ਤੋਂ ਲੈ ਕੇ 11/2/2021 ਤੱਕ। ਸੋ 11 ਫਰਵਰੀ ਤੱਕ ਇਹ ਪੋਸਟਾਂ ਜਿਹੜੀਆਂ ਨੇ ਇਹ ਫਿਲ ਕੀਤੀਆਂ ਜਾ ਸਕਦੀਆਂ ਨੇ। ਸੋ ਇਹਦੀ ਡਿਟੇਲ ਦੇਖ ਲੈਂਦੇ ਆ। ਸੋ ਇਹ ਗਰੁੱਪ ਸੀ ਦੀਆਂ ਪੋਸਟਾਂ ਨੇ। ਇਹਦੇ ਵਿੱਚ ਜਿਹੜੀ ਪੋਸਟ ਹੈ ਉਹ ਹੈ ਮਾਲ ਪਟਵਾਰੀ, ਜ਼ਿਲ੍ਹਾਦਾਰ ਤੇ ਇਰੀਗੇਸ਼ਨ ਬੁਕਿੰਗ ਕਲਰਕ ਜਾਂ ਪਟਵਾਰੀ। ਸੋ ਕੁੱਲ ਜਿਹੜੀਆਂ ਅਸਾਮੀਆਂ ਨੇ ਉਹ ਹੈ 1152। ਸੋ 1152 ਪੋਸਟਾਂ ਲਈ ਇਹ ਐਡਵਰਟਾਈਜ਼ਮੈਂਟ ਕੱਢੀ ਗਈ ਹੈ। ਸੋ ਇਹਨਾਂ ਦੀ ਜਿਹੜੀ ਡਿਵੀਜ਼ਨ ਹੈ ਉਹਦੇ ਵਿੱਚ ਜਿਹੜੇ ਮੇਜਰ ਚੰਕ ਆ ਉਹ ਹੈ ਪਟਵਾਰੀ ਰੈਵਨਿਊ। ਜੋ ਮਾਲ ਪਟਵਾਰੀ ਹੈ ਉਹਦੀਆਂ 1090 ਪੋਸਟਾਂ ਨੇ। ਉਹ ਤੋਂ ਬਾਅਦ ਹੈ ਜ਼ਿਲ੍ਹਾਦਾਰ ਦੀਆਂ 32 ਪੋਸਟਾਂ ਪਲੱਸ 4 ਹੈ, ਟੋਟਲ 36 ਪੋਸਟਾਂ ਨੇ। ਉਸ ਤੋਂ ਬਾਅਦ ਹੈ ਇਰੀਗੇਸ਼ਨ ਪਟਵਾਰੀ। ਸੋ ਇਰੀਗੇਸ਼ਨ ਪਟਵਾਰੀ ਦੀਆਂ 26 ਪੋਸਟਾਂ ਨੇ। ਸੋ ਕੁੱਲ ਮਿਲਾ ਕੇ 1152 ਪੋਸਟਾਂ ਬਣਦੀਆਂ ਨੇ। ਸੋ ਇਹ ਪੋਸਟਾਂ ਜਿਹੜੀਆਂ ਨੇ ਇੱਕੋ ਵਾਰ ਤੁਸੀਂ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਲੱਗਿਆ ਤੁਸੀਂ ਪ੍ਰੈਫਰੈਂਸ ਦੇਣੀ ਹੈ ਕਿ ਕਿਹੜੀ ਪੋਸਟ ਦੀ ਪ੍ਰੈਫਰੈਂਸ ਮੇਰੀ ਸਭ ਤੋਂ ਪਹਿਲਾਂ ਹੋਏਗੀ, ਕਿਹੜੀ ਦੂਜੇ ਨੰਬਰ ਤੇ ਹੈ, ਕਿਹੜੀ ਤੀਜੇ ਤੇ ਹੈ, ਕਿਹੜੀ ਚੌਥੇ ਤੇ ਆ। ਸੋ ਇੱਕੋ ਵਾਰ ਪੇਪਰ ਹੋਏਗਾ, ਚਾਰੇ ਪੋਸਟਾਂ ਤੁਸੀਂ ਭਰ ਸਕਦੇ ਹੋ ਪ੍ਰੈਫਰੈਂਸ ਵਾਈਜ਼। ਸੋ ਪ੍ਰੈਫਰੈਂਸ ਦੇਣ ਲੱਗਿਆ ਤੁਹਾਡੇ ਧਿਆਨ 'ਚ ਰੱਖਣ ਵਾਲੀਆਂ ਗੱਲਾਂ ਕਿਹੜੀਆਂ-ਕਿਹੜੀਆਂ ਨੇ ਉਹ ਅਸੀਂ ਦੇਖ ਲੈਂਦੇ ਆ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮਾਲ ਪਟਵਾਰੀ ਦੀਆਂ ਜਿਹੜੀਆਂ ਪੋਸਟਾਂ ਨੇ ਉਹ 1090। ਸੋ ਮਾਲ ਪਟਵਾਰੀ ਦੀਆਂ ਪੋਸਟਾਂ ਜ਼ਿਆਦੀਆਂ ਨੇ। ਸੈਕੰਡ ਹੈ ਜ਼ਿਲ੍ਹਾਦਾਰ ਦੀਆਂ ਪੋਸਟਾਂ ਨੇ। ਸੋ ਗ੍ਰੇਡ ਜਿਹੜਾ ਹੈ ਜ਼ਿਲ੍ਹਾਦਾਰ ਦਾ ਜ਼ਿਆਦਾ ਆ। ਸੋ ਅਪਲਾਈ ਕਰਨ ਲੱਗਿਆ ਪ੍ਰੈਫਰੈਂਸ ਇਸ ਹਿਸਾਬ ਨਾਲ ਰੱਖਣੀ ਹੈ ਕਿ ਤੁਹਾਨੂੰ ਪੋਸਟ ਵੀ ਮਿਲ ਜਾਏ ਤੇ ਮਿਲੇ ਵੀ ਉਹ ਵਾਲੀ ਪੋਸਟ ਜਿਹਦੇ ਵਿੱਚ ਗ੍ਰੇਡ ਚੰਗਾ ਆ, ਗ੍ਰੇਡ ਵੱਧ ਆ। ਸੋ ਇਹਦੇ ਵਿੱਚ 1152 ਪੋਸਟਾਂ ਦੀ ਡਿਵੀਜ਼ਨ ਦਿੱਤੀ ਗਈ ਹੈ ਰਿਜ਼ਰਵੇਸ਼ਨ ਵਾਈਜ਼, ਜਿਹਦੇ ਵਿੱਚ ਇੱਕ ਰਿਜ਼ਰਵੇਸ਼ਨ ਔਮਨ ਵਾਸਤੇ ਵੱਖਰੀ ਹੈ। ਸੋ ਔਮਨ ਵਾਸਤੇ ਜਿਹੜੀ ਰਿਜ਼ਰਵੇਸ਼ਨ ਹੈ ਉਹਦਾ ਵੱਖਰਾ ਸੈਕਸ਼ਨ ਰੱਖਿਆ ਗਿਆ ਹੈ। ਦੈਨ ਉਸ ਤੋਂ ਬਾਅਦ ਜਿਹੜੇ ਇਕਨੋਮਿਕਲੀ ਵੀਕਰ ਸੈਕਸ਼ਨ ਹੈ ਉਹਦੇ ਵਾਸਤੇ ਵੱਖਰੀ ਰਿਜ਼ਰਵੇਸ਼ਨ ਰੱਖੀ ਗਈ ਹੈ। ਇਹ ਦੋ ਚੇਂਜਸ ਨਵੀਆਂ ਆਈਆਂ ਨੇ ਪੰਜਾਬ ਦੇ ਵਿੱਚ। ਸੋ ਟੋਟਲ ਜਿਹੜੀਆਂ ਪੋਸਟਾਂ ਨੇ ਉਹਦੀਆਂ ਕੈਟਾਗਰੀ ਵਾਈਜ਼ ਪੋਸਟਾਂ ਦਿੱਤੀਆਂ ਗਈਆਂ ਨੇ। ਇਹਦੇ ਵਿੱਚ ਪਟਵਾਰੀ ਹੈ ਰੈਵਨਿਊ, ਮਾਲ ਪਟਵਾਰੀ ਹੈ। ਉਸ ਤੋਂ ਬਾਅਦ ਹੈ ਇਰੀਗੇਸ਼ਨ ਪਟਵਾਰੀ। ਸੋ ਇਰੀਗੇਸ਼ਨ ਪਟਵਾਰੀ ਡਾਇਰੈਕਟ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਨਹੀਂ ਹੈ। ਇਰੀਗੇਸ਼ਨ ਪਟਵਾਰੀ ਨੇ ਪੰਜਾਬ ਵਾਟਰ ਰਿਸੋਰਸਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ। ਸੋ ਇਹ ਇੱਕ ਕਾਰਪੋਰੇਸ਼ਨ ਬਣਾ ਦਿੱਤੀ ਗਈ ਆ। ਕਾਰਪੋਰੇਸ਼ਨ ਦੇ ਵਿੱਚ ਇਹ ਪੋਸਟਾਂ ਨੇ। ਦੈਨ ਜ਼ਿਲ੍ਹਾਦਾਰ ਹੈ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਵਿੱਚ। ਦੈਨ ਜ਼ਿਲ੍ਹਾਦਾਰ ਹੈ ਕਾਰਪੋਰੇਸ਼ਨ ਦੇ ਵਿੱਚ। ਸੋ ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਵੀ ਆ ਕਿ ਰੈਵਨਿਊ ਡਿਪਾਰਟਮੈਂਟ ਆ, ਇਹ ਕਾਰਪੋਰੇਸ਼ਨ ਆ, ਇਹ ਵੀ ਕਾਰਪੋਰੇਸ਼ਨ ਆ, ਇਹ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਆ। ਸੋ ਇੱਥੇ ਡਿਪਾਰਟਮੈਂਟ ਤੇ ਕਾਰਪੋਰੇਸ਼ਨ ਦਾ ਜਿਹੜਾ ਆ ਉਹ ਵੀ ਖਾਸ ਧਿਆਨ ਰੱਖਣਾ ਹੈ ਜਦੋਂ ਤੁਸੀਂ ਪ੍ਰੈਫਰੈਂਸ ਭਰਨੀ ਆ, ਕਿਉਂਕਿ ਡਿਪਾਰਟਮੈਂਟ ਤੇ ਕਾਰਪੋਰੇਸ਼ਨ ਦਾ ਜਿਹੜਾ ਇੱਕ ਮੇਜਰ ਫਰਕ ਪੈਂਦਾ ਆ। ਜੇ ਤੁਸੀਂ ਡਿਪਾਰਟਮੈਂਟ ਦੇ ਵਿੱਚ ਸਿਲੈਕਟ ਹੁੰਦੇ ਹੋ ਤਾਂ ਤੁਹਾਨੂੰ ਏਜ ਦੀ ਜਿਹੜੀ ਆ ਰਿਲੈਕਸੇਸ਼ਨ ਮਿਲਦੀ ਹੈ। ਜੇ ਤੁਸੀਂ ਅੱਗੇ ਵੀ ਕੋਈ ਪੇਪਰ ਦੇਣਾ ਆ ਸੋ ਉਹਦੇ ਵਿੱਚ ਤੁਹਾਨੂੰ 45 ਸਾਲ ਤੱਕ ਦੀ ਰਿਲੈਕਸੇਸ਼ਨ ਮਿਲ ਜਾਂਦੀ ਹੈ ਜੇ ਤੁਸੀਂ ਕਿਸੇ ਗਵਰਨਮੈਂਟ ਡਿਪਾਰਟਮੈਂਟ ਦੇ ਵਿੱਚ ਜੌਬ ਕਰਦੇ ਹੋ। ਬਟ ਇਹੋ ਜੀ ਜਿਹੜੀ ਰਿਲੈਕਸੇਸ਼ਨ ਆ ਉਹ ਜਦੋਂ ਤੁਸੀਂ ਕਾਰਪੋਰੇਸ਼ਨ ਦੇ ਵਿੱਚ ਕੰਮ ਕਰਦੇ ਹੋ ਤਾਂ ਉਹ ਕਈ ਜਗ੍ਹਾ ਦੇ ਉੱਪਰ ਨਹੀਂ ਮਿਲਦੀ। ਸੋ ਡਿਪਾਰਟਮੈਂਟ ਦੇ ਵਿੱਚ ਜੌਬ ਦਾ ਜਿਹੜਾ ਆ ਉਹ ਬੈਨੀਫਿਟ ਇਹ ਵੱਧ ਆ। ਸੋ ਸੈਕੰਡ ਡਿਫਰੈਂਸ ਇਹ ਆ ਕਿ ਡਿਪਾਰਟਮੈਂਟ ਦੇ ਵਿੱਚ ਜਦੋਂ ਪੇ ਕਮਿਸ਼ਨ ਲੱਗਣਾ ਹੈ 10 ਸਾਲ ਬਾਅਦ ਤਾਂ ਉਹ ਅਪਲਾਈ ਹੋਣਾ ਹੀ ਹੈ। ਬਟ ਕਾਰਪੋਰੇਸ਼ਨ ਦੇ ਵਿੱਚ ਪੇ ਕਮਿਸ਼ਨ ਲੱਗਣ ਦਾ ਜਿਹੜਾ ਡਿਸੀਜਨ ਆ ਉਹ ਕਾਰਪੋਰੇਸ਼ਨ ਆਪਣੇ ਲੈਵਲ ਤੇ ਲੈਂਦੀ ਆ। ਸੋ ਇਹ ਵੀ ਡਿਫਰੈਂਸ ਆਉਂਦਾ ਆ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਆਪਣੀ ਜਿਹੜੀ ਪ੍ਰੈਫਰੈਂਸ ਹੈ ਉਹ ਅਪਲਾਈ ਕਰਨ ਲੱਗਿਆਂ ਦੇਣੀ ਹੈ। ਸੋ ਟੋਟਲ ਪੋਸਟਾਂ ਨੇ 1152। ਸੋ ਮੇਜਰ ਜਿਹੜਾ ਚੰਕ ਆ ਉਹ ਹੈ ਡਿਪਾਰਟਮੈਂਟ ਆਫ ਰੈਵਨਿਊ ਦੇ ਵਿੱਚ ਮਾਲ ਪਟਵਾਰੀਆਂ ਦਾ। ਸੋ ਬਾਕੀ ਜਿਹੜੀਆਂ ਪੋਸਟਾਂ ਨੇ ਉਹ ਹੈ ਇਰੀਗੇਸ਼ਨ ਪਟਵਾਰੀ ਤੇ ਜ਼ਿਲ੍ਹਾਦਾਰ ਦੀਆਂ ਪੋਸਟਾਂ ਨੇ। ਸੋ ਇੱਥੇ ਜਿਹੜਾ ਗ੍ਰੇਡ ਆ ਉਹ ਜ਼ਿਲ੍ਹਾਦਾਰ ਦੀਆਂ ਪੋਸਟਾਂ ਦਾ ਵੱਧ ਆ। ਸੋ ਡਿਫਰੈਂਸ ਵੇਖ ਲੈਂਦੇ ਆ ਤਨਖਾਹ ਦੇ ਵਿੱਚ। ਸੋ ਜਿਹੜਾ ਪੇ ਸਕੇਲ ਆ ਇਹ ਵੀ 7th ਪੇ ਕਮਿਸ਼ਨ ਦੇ ਹਿਸਾਬ ਨਾਲ ਹੀ ਮਿਲਣਾ ਆ। ਜਿਹੜਾ ਪੰਜਾਬ ਦੇ ਵਿੱਚ ਨੋਟੀਫਿਕੇਸ਼ਨ ਲਾਗੂ ਹੋਇਆ ਆ ਕਿ ਜਿਹੜੀਆਂ ਵੀ ਨਵੀਆਂ ਰਿਕਰੂਟਮੈਂਟਸ ਹੋਣਗੀਆਂ ਉਹਨਾਂ ਨੂੰ 7th ਪੇ ਕਮਿਸ਼ਨ ਦੇ ਹਿਸਾਬ ਨਾਲ ਤਨਖਾਹ ਮਿਲੇਗੀ। ਸੋ ਇਹਦੇ ਵਿੱਚ ਜਿਹੜਾ ਮਾਲ ਪਟਵਾਰੀ ਆ ਇਹਦੀ ਜਿਹੜੀ ਮੁੱਢਲੀ ਤਨਖਾਹ ਆ ਇਨੀਸ਼ੀਅਲ ਪੇ ਆ ਉਹ ਆ 19,900। ਸੋ ਮਾਲ ਪਟਵਾਰੀ ਨੂੰ 19,900 ਰੁਪਇਆ ਮਿਲੇਗਾ। ਬਟ ਇਹਦੇ ਵਿੱਚ ਇੱਕ ਡਿਫਰੈਂਸ ਹੋ ਰਿਹਾ ਕਿ ਪਟਵਾਰੀ ਵਾਸਤੇ ਮਾਲ ਪਟਵਾਰੀ ਵਾਸਤੇ 1.5 ਸਾਲ ਦੀ ਟ੍ਰੇਨਿੰਗ ਆ। ਸੋ ਟ੍ਰੇਨਿੰਗ ਦੇ ਵਿੱਚ ਜਿਹੜਾ ਸਟਾਈਫਨ ਹੈ ਉਹ 5000 ਹੀ ਦਿੱਤਾ ਜਾਊਗਾ। ਸੋ 1.5 ਸਾਲ ਵਾਸਤੇ ਤੁਹਾਨੂੰ 5000 ਸਟਾਈਫਨ ਤੇ ਰੱਖਿਆ ਜਾਊਗਾ। ਉਹਦੇ ਬਾਅਦ ਵੀ ਪਟਵਾਰ ਸਕੂਲ ਦੇ ਵਿੱਚ ਜਿਹੜਾ ਹੈ ਐਗਜ਼ਾਮ ਕਲੀਅਰ ਕਰਨਾ ਪਊਗਾ ਤੁਹਾਨੂੰ। ਸੋ ਸੈਕੰਡ ਜਿਹੜੀ ਪੋਸਟ ਹੈ ਉਹ ਹੈ ਇਰੀਗੇਸ਼ਨ ਪਟਵਾਰੀ। ਇਰੀਗੇਸ਼ਨ ਪਟਵਾਰੀ ਦਾ ਵੀ ਸਕੇਲ ਜਿਹੜਾ ਹੈ ਉਹ ਸੇਮ ਆ। ਮੁੱਢਲੀ ਤਨਖਾਹ 19,900 ਮਿਲੇਗੀ। ਸੋ ਇਹਦੇ ਵਿੱਚ ਜਿਹੜੀ ਟ੍ਰੇਨਿੰਗ ਆ ਉਹ 3 ਮਹੀਨੇ ਦੀ ਟ੍ਰੇਨਿੰਗ ਹੈ। 3 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਵੀ ਐਗਜ਼ਾਮ ਹੋਣਾ ਆ। ਸੋ ਇਹਨਾਂ ਦੇ ਬਾਇਲਾਜ਼ ਦੇ ਵਿੱਚ ਲਿਖਿਆ ਹੈ ਕਿ ਜਿੰਨੇ ਵੀ ਇਰੀਗੇਸ਼ਨ ਪਟਵਾਰੀ ਬਣਨਾ ਆ ਉਹਨੂੰ ਉਹ ਪੇਪਰ ਜਿਹੜਾ ਆ ਉਹ ਕਲੀਅਰ ਕਰਨਾ ਪੈਣਾ ਆ। ਹੈਜ਼ ਟੂ ਪਾਸ ਦਾ ਪਟਵਾਰ ਐਗਜ਼ਾਮੀਨੇਸ਼ਨ। ਸੋ ਇੱਥੇ ਜਿਹੜਾ ਐਗਜ਼ਾਮ ਆ 3 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਪਟਵਾਰ ਐਗਜ਼ਾਮੀਨੇਸ਼ਨ ਉਹਨੂੰ ਜਿਹੜਾ ਹੈ ਕਲੀਅਰ ਕਰਨਾ ਪਏਗਾ।
ਸੋ ਤੀਜੇ ਨੰਬਰ ਤੇ ਹੈ ਜ਼ਿਲ੍ਹਾਦਾਰ ਦੀ ਪੋਸਟ। ਜ਼ਿਲ੍ਹਾਦਾਰ ਦੇ ਪੋਸਟ ਦੇ ਵਿੱਚ ਜਿਹੜਾ ਤਨਖਾਹ ਸਕੇਲ ਆ ਉਹ ਇਨੀਸ਼ੀਅਲ ਪੇ ਹੈ 35400। ਸੋ ਇੱਥੇ ਜਿਹੜਾ ਗ੍ਰੇਡ ਪੇ ਆ ਉਹ ਵੱਧ ਹੈ ਜ਼ਿਲ੍ਹਾਦਾਰ ਦੀ ਪੋਸਟ ਦਾ। ਸੋ ਇਹਦਾ ਜਿਹੜਾ ਇਨੀਸ਼ੀਅਲ ਸਕੇਲ ਹੈ ਉਹ ਵੀ ਵੱਧ ਬਣਦਾ ਆ। ਸੋ 35400 ਇਨੀਸ਼ੀਅਲ ਪੇ ਰੱਖੀ ਗਈ ਹੈ ਇਹਦੇ ਵਿੱਚ 7th ਪੇ ਕਮਿਸ਼ਨ ਦੇ ਹਿਸਾਬ ਨਾਲ। ਸੋ ਇਹਦੇ ਵਿੱਚ ਵੀ ਸੇਮ ਹੀ ਕੰਡੀਸ਼ਨ ਹੈ ਕਿ 3 ਮਹੀਨੇ ਦੀ ਟ੍ਰੇਨਿੰਗ ਹੈ। ਟ੍ਰੇਨਿੰਗ ਤੋਂ ਬਾਅਦ ਜਿਹੜਾ ਪਟਵਾਰ ਐਗਜ਼ਾਮੀਨੇਸ਼ਨ ਆ ਉਹਨੂੰ ਤੁਹਾਨੂੰ ਪਾਸ ਕਰਨਾ ਪਏਗਾ। ਸੋ ਇਹ ਪੋਸਟ ਆ ਕਾਰਪੋਰੇਸ਼ਨ ਦੇ ਵਿੱਚ, ਪੰਜਾਬ ਵਾਟਰ ਰਿਸੋਰਸਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ। ਸੋ ਕਾਰਪੋਰੇਸ਼ਨ ਦੇ ਵਿੱਚ ਇਹ ਪੋਸਟ ਰੱਖੀ ਗਈ ਹੈ। ਸੋ ਉਹਦੇ ਬਾਅਦ ਇਹ ਚੌਥਾ ਨੰਬਰ ਉਹ ਹੈ ਜ਼ਿਲ੍ਹਾਦਾਰ ਦੀ ਪੋਸਟ ਜਿਹੜੀ ਹੈ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ। ਸੋ ਇਹ ਜਿਹੜੀ ਪੋਸਟ ਹੈ ਡਿਪਾਰਟਮੈਂਟ ਦੇ ਵਿੱਚ ਡਾਇਰੈਕਟ ਪੋਸਟ ਆ। ਸੋ ਇਹਦਾ ਜਿਹੜਾ ਪੇ ਸਕੇਲ ਆ ਉਹ ਵੀ 35400 ਇਨੀਸ਼ੀਅਲ ਪੇ ਆ। ਸੋ ਇੱਥੇ ਕੋਈ ਕੰਡੀਸ਼ਨ ਨਹੀਂ ਰੱਖੀ ਗਈ ਕਿ ਟ੍ਰੇਨਿੰਗ ਜਿਹੜੀ ਆ ਉਹ ਕਿੰਨੇ ਚਿਰ ਦੀ ਹੋਣੀ ਆ, ਉਸ ਤੋਂ ਬਾਅਦ ਐਗਜ਼ਾਮ ਦਿੱਤਾ ਜਾਣਾ ਆ। ਸੋ ਕੋਈ ਕੰਡੀਸ਼ਨ ਨਹੀਂ ਹੈ। ਜੇ ਤੁਸੀਂ ਡਿਪਾਰਟਮੈਂਟ ਦੇ ਵਿੱਚ ਸਿਲੈਕਟ ਹੁੰਦੇ ਹੋ ਤਾਂ ਇੰਟਰਨਲ ਜਿਹੜੇ ਪ੍ਰੋਸੈਸ ਹੈ ਹੋਣਗੇ ਤੇ ਜਿਹੜੇ ਇਹਨਾਂ ਦੇ ਰੂਲਸ ਨੇ ਉਹ ਤੁਹਾਡੇ ਤੇ ਅਪਲਾਈ ਹੋਣਗੇ। ਬ੍ਰਾਂਚ ਜ਼ਿਲ੍ਹਾਦਾਰ ਜਿਹੜੀ ਸਰਵਿਸਿਜ਼ ਕਲਾਸ 3 ਦੇ ਰੂਲ ਨੇ ਉਹ ਅਪਲਾਈ ਹੋਣਗੇ। ਸੋ ਜਿਹੜੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਇਹਨਾਂ ਪੋਸਟਾਂ ਨੂੰ ਭਰਨ ਵਾਸਤੇ, ਉਹਦੇ ਵਿੱਚ ਪਟਵਾਰੀ ਵਾਸਤੇ ਚਾਹੇ ਉਹ ਮਾਲ ਪਟਵਾਰੀ ਹੈ ਜਾਂ ਇਰੀਗੇਸ਼ਨ ਪਟਵਾਰੀ ਹੈ ਉਹਨਾਂ ਦੇ ਲਈ ਰੱਖੀ ਗਈ ਹੈ ਕੋਈ ਵੀ ਬੈਚਲਰ ਡਿਗਰੀ ਹੋਵੇ, ਕੋਈ ਵੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤੇ ਨਾਲ ਹੀ ਜਿਹੜੀ ਪੰਜਾਬੀ ਆ ਉਹ ਮੈਟ੍ਰਿਕਲ ਲੈਵਲ ਤੇ ਪਾਸ ਕੀਤੀ ਹੋਵੇ ਤੇ ਨਾਲ ਇੱਕ ਕੰਡੀਸ਼ਨ ਰੱਖੀ ਹੈ ਕਿ 120 ਘੰਟਿਆਂ ਦਾ ਜਿਹੜਾ ਕੰਪਿਊਟਰ ਕੋਰਸ ਹੈ ਉਹ ਕੀਤਾ ਹੋਵੇ। ਸੋ ਇੱਥੇ ਬਹੁਤ ਵਾਰੀ ਕਨਫਿਊਜ਼ਨ ਕ੍ਰੀਏਟ ਹੁੰਦੀ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਰਟੀਫਿਕੇਸ਼ਨ ਕਰਨ ਲਈ ਭਾਈ ਤੁਰਦੇ ਨੇ ਕਿ ਅਸੀਂ ਸਰਟੀਫਿਕੇਸ਼ਨ ਕਰ ਲਈਏ, ਬਟ ਇੱਥੇ ਜਿਹੜੀਆਂ ਬਹੁਤ ਸਾਰੀਆਂ ਡਿਗਰੀਆਂ ਨੇ ਜਿਹਦੇ ਵਿੱਚ ਕੰਪਿਊਟਰ ਦਾ ਇੱਕ ਸਬਜੈਕਟ ਹੁੰਦਾ ਆ, ਸੋ ਉਹਨਾਂ ਡਿਗਰੀਆਂ ਵਾਸਤੇ ਕੋਈ ਵੀ ਕੰਪਿਊਟਰ ਕੋਰਸ ਜ਼ਰੂਰੀ ਨਹੀਂ ਹੈ। ਸੋ ਜਦੋਂ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਕੰਪਿਊਟਰ ਪੜ੍ਹਿਆ ਆ ਤਾਂ ਤੁਹਾਡੇ 120 ਘੰਟੇ ਉਹਦੇ ਪੂਰੇ ਹੋ ਜਾਂਦੇ ਨੇ। ਸੋ ਉਹਦੇ ਵਿੱਚ ਕੋਈ ਵੀ ਸਰਟੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੈ। ਸੋ ਜਿਨ੍ਹਾਂ ਨੇ BA ਵਗੈਰਾ ਕੀਤੀ ਹੈ ਜਿਹਦੇ ਵਿੱਚ ਕੰਪਿਊਟਰ ਜਿਹੜਾ ਆ ਸਬਜੈਕਟ ਨਹੀਂ ਰੱਖਿਆ, ਸੋ ਉਹਨਾਂ ਨੂੰ ਲੋੜ ਹੈ ਕਿਸੇ ਸਰਟੀਫਿਕੇਟ ਦੀ। ਉਹ ਕਿਤੇ ਵੀ ਜਿਹੜਾ ਸਰਟੀਫਿਕੇਟ ਆ ਉਹ ਲੈ ਸਕਦੇ ਨੇ ਆਪਣਾ ਕੋਰਸ ਕੰਪਲੀਟ ਕਰਕੇ। ਸੋ ਕੋਈ ਵੀ ਜਿਹੜਾ ਆ ਉਹ ਗ੍ਰੈਜੂਏਸ਼ਨ ਵਾਲਾ ਅਪਲਾਈ ਕਰ ਸਕਦਾ ਹੈ ਜਿਹਨੇ ਕੰਪਿਊਟਰ ਦਾ ਸਬਜੈਕਟ ਰੱਖਿਆ ਹੈ ਆਪਣੀ ਗ੍ਰੈਜੂਏਸ਼ਨ ਦੇ ਵਿੱਚ। ਸੋ ਸੈਕੰਡ ਹੈ ਜ਼ਿਲ੍ਹਾਦਾਰ ਦੀਆਂ ਪੋਸਟਾਂ। ਜ਼ਿਲ੍ਹਾਦਾਰ ਦੀਆਂ ਪੋਸਟਾਂ ਵਾਸਤੇ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਚਾਹੀਦੀ ਹੈ ਤੁਹਾਡੀ ਗ੍ਰੈਜੂਏਸ਼ਨ ਹੋਵੇ, ਡਿਗਰੀ ਤੁਸੀਂ ਕੰਪਲੀਟ ਕੀਤੀ ਹੋਵੇ, ਬਟ ਮਿਨੀਮਮ ਜਿਹੜਾ ਆ ਉਹ ਸੈਕੰਡ ਡਿਵੀਜ਼ਨ ਦੇ ਵਿੱਚ ਡਿਗਰੀ ਹੋਣੀ ਚਾਹੀਦੀ ਹੈ। ਸੋ ਸੈਕੰਡ ਡਿਵੀਜ਼ਨ ਦੇ ਵਿੱਚ ਜਿਨ੍ਹਾਂ ਨੇ ਵੀ ਗ੍ਰੈਜੂਏਸ਼ਨ ਕੀਤੀ ਆ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ। ਸੋ ਇਹਦੇ ਬਾਅਦ ਹੈ ਏਜ। ਜਿਨ੍ਹਾਂ ਦੀ ਵੀ ਏਜ ਜਿਹੜੀ ਆ 18 ਸਾਲ ਤੋਂ 37 ਸਾਲ ਤੱਕ ਬਣਦੀ ਆ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਜਨਰਲ ਕੈਟਾਗਰੀ ਦੇ ਵਿੱਚ। ਅਦਰਵਾਈਜ਼ ਬਾਕੀ ਵੀ ਜਿਹੜੀਆਂ ਛੋਟਾਂ ਨੇ ਕੈਟਾਗਰੀ ਵਾਈਜ਼ ਉਹ ਦਿੱਤੀਆਂ ਗਈਆਂ ਨੇ, ਜਿਹਦੇ ਵਿੱਚ SC BC ਨੂੰ ਏਜ ਰਿਲੈਕਸੇਸ਼ਨ ਦਿੱਤੀ ਗਈ ਹੈ 45 ਸਾਲ ਤੱਕ ਦੀ, ਤੇ ਨਾਲ ਹੀ ਜਿਹੜੇ ਕੇਂਦਰੀ ਤੇ ਰਾਜ ਸਰਕਾਰਾਂ ਦੇ ਕਰਮਚਾਰੀ ਨੇ ਉਹਨਾਂ ਨੂੰ ਏਜ ਰਿਲੈਕਸੇਸ਼ਨ ਦਿੱਤੀ ਗਈ ਹੈ 45 ਸਾਲ ਦੀ। ਸੋ ਇੱਥੇ ਇਹੀ ਗੱਲ ਆ ਜਾਂਦੀ ਹੈ ਕਿ ਜੇ ਤੁਸੀਂ ਡਾਇਰੈਕਟ ਡਿਪਾਰਟਮੈਂਟ ਦੇ ਵਿੱਚ ਹੁੰਦੇ ਹੋ, ਕੰਮ ਕਰਦੇ ਹੁੰਦੇ ਹੋ, ਤਾਂ ਤੁਹਾਡੀ ਜਿਹੜੀ ਏਜ ਹੈ ਉਹ ਰਿਲੈਕਸ ਹੋ ਜਾਂਦੀ ਹੈ 45 ਸਾਲ ਦੇ ਤੱਕ ਜੇਕਰ ਕੋਈ ਵੀ ਐਗਜ਼ਾਮ ਦੇਣਾ ਆ। ਸੋ ਇੱਥੇ ਇਹੀ ਡਿਫਰੈਂਸ ਹੈ ਕਾਰਪੋਰੇਸ਼ਨ ਦਾ ਤੇ ਡਾਇਰੈਕਟ ਡਿਪਾਰਟਮੈਂਟ ਦੇ ਵਿੱਚ ਜੌਬ ਕਰਨ ਦਾ। ਸੋ ਇਹਨਾਂ ਕੰਡੀਸ਼ਨਾਂ ਦੇ ਵਿੱਚ ਜਿਨ੍ਹਾਂ ਦੀ ਏਜ ਆਉਂਦੀ ਹੈ ਸੋ ਉਹ ਅਪਲਾਈ ਕਰ ਸਕਦੇ ਨੇ। ਸੋ ਉਹਦੇ ਬਾਅਦ ਹੈ ਫੀਸ ਇਸ ਐਗਜ਼ਾਮ ਵਾਸਤੇ 200 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਫੀਸ ਹੈ। ਸੋ ਕੈਟਾਗਰੀ ਵਾਈਜ਼ ਜਿਹੜੀ ਫੀਸ ਹੈ ਉਹ ਦਿੱਤੀ ਗਈ ਹੈ। ਸੋ ਉਹਦੇ ਬਾਅਦ ਹੈ ਜਿਹੜੀ ਮੇਨ ਚੀਜ਼ ਹੈ ਕਿ ਸਿਲੈਕਸ਼ਨ ਕਿਵੇਂ ਹੋਏਗੀ, ਪੇਪਰ ਕਿਵੇਂ ਲਿਆ ਜਾਏਗਾ। ਸੋ ਇਹ ਜਿਹੜਾ ਐਗਜ਼ਾਮ ਆ ਇਹ 2 ਟੀਅਰਸ ਦੇ ਵਿੱਚ ਲਿਆ ਜਾਊਗਾ। ਦੋਵੇਂ ਵਾਰ ਜਿਹੜਾ ਆ ਆਬਜੈਕਟਿਵ ਟਾਈਪ ਕੁਐਸਚਨ ਆਉਣਗੇ। ਸੋ ਜਿਹੜਾ ਵੀ ਪਹਿਲਾ ਐਗਜ਼ਾਮ ਕਲੀਅਰ ਕਰੂਗਾ ਉਹਦਾ ਸੈਕੰਡ ਐਗਜ਼ਾਮ ਲਿਆ ਜਾਊਗਾ। ਸੋ ਪਹਿਲੇ ਐਗਜ਼ਾਮ ਦੇ ਵਿੱਚ ਜਿਹੜੇ ਨੇ 10 ਗੁਣਾ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਸੈਕੰਡ ਐਗਜ਼ਾਮ ਵਾਸਤੇ ਬੁਲਾਇਆ ਜਾਊਗਾ। ਸੋ 1152 ਪੋਸਟਾਂ ਨੇ, ਉਹਦਾ 10 ਗੁਣਾ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਐਗਜ਼ਾਮ 2 ਵਾਸਤੇ ਬੁਲਾਇਆ ਜਾਊਗਾ। ਸੋ ਐਗਜ਼ਾਮ 2 ਦੇ ਵਿੱਚ ਪੇਪਰ 2 ਦੇ ਵਿੱਚ ਫਿਰ ਉਸੇ ਤਰ੍ਹਾਂ ਹੀ ਆਬਜੈਕਟਿਵ ਟਾਈਪ ਕੁਐਸਚਨ ਆਉਣਗੇ ਤੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਆਧਾਰ ਤੇ ਜਿਹੜੀ ਮੈਰਿਟ ਲਿਸਟ ਆ ਉਹ ਬਣਾਈ ਜਾਊਗੀ। ਸੋ ਇੱਥੇ 40% ਦੀ ਜਿਹੜੀ ਆ ਮਿਨੀਮਮ ਮਾਰਕਸ ਰੱਖੇ ਗਏ ਨੇ ਕਿ ਜਿਨ੍ਹਾਂ ਦੇ 40% ਮਾਰਕਸ ਆਉਣਗੇ ਪੇਪਰ ਦੇ ਵਿੱਚ ਉਹਨਾਂ ਨੂੰ ਹੀ ਅੱਗੇ ਵਿਚਾਰਿਆ ਜਾਊਗਾ। ਸੋ 40% ਤੋਂ ਘੱਟ ਵਾਲੇ ਨੂੰ ਇੱਥੇ ਵਿਚਾਰਿਆ ਨਹੀਂ ਜਾਊਗਾ। ਸੋ ਪੇਪਰ 2 ਦੇ ਬਾਅਦ ਜਿਹੜੀ ਮੈਰਿਟ ਲਿਸਟ ਬਣਨੀ ਹੈ ਉਹਦੇ ਵਿੱਚ 3 ਗੁਣਾ ਜਿਹੜੇ ਕੈਂਡੀਡੇਟ ਰੱਖੇ ਜਾਣਗੇ। ਸੋ ਇਹ 3 ਗੁਣਾ ਕੈਂਡੀਡੇਟ ਕਿਉਂ ਰੱਖੇ ਜਾਣਗੇ? ਇਹਦੇ ਵਿੱਚ ਪਹਿਲਾ ਕਾਰਨ ਤਾਂ ਇਹ ਆ ਕਿ ਬਾਅਦ ਵਿੱਚ ਕਾਉਂਸਲਿੰਗ ਦੇ ਵਿੱਚ ਕਈਆਂ ਦੇ ਸਰਟੀਫਿਕੇਟ ਪੂਰੇ ਨਹੀਂ ਹੁੰਦੇ, ਸੋ ਉਹਨਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਂਦਾ ਹੈ। ਸੋ ਦੂਜਾ ਕਾਰਨ ਇਹ ਹੈ ਕਿ ਕਈ ਜਿਹੜੇ ਕੈਂਡੀਡੇਟ ਨੇ ਉਹ ਜੁਆਇਨ ਹੀ ਨਹੀਂ ਕਰਦੇ। ਸੋ ਉਹਦੇ ਬਾਅਦ ਜਿਹੜੀਆਂ ਵੇਟਿੰਗ ਲਿਸਟ ਨਿਕਲਦੀਆਂ ਨੇ ਉਹ ਇਹਨਾਂ 3 ਗੁਣਾ ਜਿਹੜੀਆਂ ਲਿਸਟਾਂ ਨੇ ਇਹਨਾਂ ਦੇ ਵਿੱਚੋਂ ਕੱਢੀਆਂ ਜਾਣਗੀਆਂ। ਤੇ ਨਾਲ ਹੀ ਇਹ ਵੀ ਕੰਡੀਸ਼ਨ ਰੱਖੀ ਗਈ ਹੈ ਕਿ ਜਿਹੜੀਆਂ ਪੋਸਟਾਂ ਨੇ ਵਧਾਈਆਂ ਜਾਂ ਘਟਾਈਆਂ ਜਾ ਸਕਦੀਆਂ ਨੇ। ਸੋ ਇਸ ਕਰਕੇ ਜਿਹੜੀਆਂ ਵੇਟਿੰਗ ਦੇ ਵਿੱਚ ਰੱਖਣ ਵਾਸਤੇ 3 ਗੁਣਾ ਜਿਹੜੇ ਕੈਂਡੀਡੇਟ ਨੇ ਉਹ ਮੈਰਿਟ ਲਿਸਟ ਦੇ ਵਿੱਚ ਰੱਖੇ ਜਾਣਗੇ। ਸੋ ਜਿਹੜਾ ਮੇਨ ਪਾਰਟ ਹੈ ਇਸ ਰਿਕਰੂਟਮੈਂਟ ਦਾ ਉਹ ਹੈ ਐਗਜ਼ਾਮ। ਸੋ ਐਗਜ਼ਾਮ ਦੇ ਵਿੱਚ ਇਹਨਾਂ ਨੇ ਦਿੱਤਾ ਹੈ ਕਿ ਲਿਖਤੀ ਪ੍ਰੀਖਿਆ ਦਾ ਜਿਹੜਾ ਸੰਭਾਵਿਤ ਸਿਲੇਬਸ ਤੇ ਪੈਟਰਨ ਹੈ ਉਹ ਬਾਅਦ ਵਿੱਚ ਬੋਰਡ ਦੀ ਵੈਬਸਾਈਟ ਤੇ ਅਪਲੋਡ ਕੀਤਾ ਜਾਏਗਾ। ਸੋ ਇਹ ਅੱਜ ਹੀ ਅਪਲੋਡ ਕੀਤਾ ਗਿਆ ਹੈ ਬੋਰਡ ਦੀ ਵੈਬਸਾਈਟ ਦੇ ਉੱਪਰ। ਸੋ ਇਹਦੇ ਵਿੱਚ ਦਿੱਤਾ ਹੈ
ਕਿ ਸਾਰੀਆਂ ਪੋਸਟਾਂ ਵਾਸਤੇ ਇੱਕ ਕਾਮਨ ਐਗਜ਼ਾਮ ਲਿਆ ਜਾਣਾ ਹੈ। ਸੋ ਇੱਕੋ ਹੀ ਪੇਪਰ ਹੋਏਗਾ ਚਾਰਾਂ ਪੋਸਟਾਂ ਵਾਸਤੇ। OMR ਸ਼ੀਟਸ ਦੇ ਉੱਪਰ ਪੇਪਰ ਹੋਏਗਾ, ਇਹ ਆਨਲਾਈਨ ਪੇਪਰ ਨਹੀਂ ਹੈ, OMR ਸ਼ੀਟਸ ਦੇ ਉੱਪਰ ਪੇਪਰ ਹੋਏਗਾ। ਤੇ ਜਿਹੜੀ 네ਗੇਟਿਵ ਮਾਰਕਿੰਗ ਆ ਉਹ 1/4 ਰੱਖੀ ਗਈ ਆ। ਇੱਕ ਕੁਐਸਚਨ ਗਲਤ ਕਰਨ ਤੇ 0.25 ਨੰਬਰ ਜਿਹੜੇ ਆ ਉਹ ਕੱਟੇ ਜਾਣਗੇ। ਸੋ ਜਿਹੜਾ ਸਿਲੇਬਸ ਦਿੱਤਾ ਗਿਆ ਹੈ ਇਹ ਹੈ ਟੈਂਟੇਟਿਵ ਸਿਲੇਬਸ। ਸੋ ਸਿਲੇਬਸ ਲੱਗਦਾ ਹੈ ਕਿ ਅਜੇ ਵੀ ਫਾਈਨਲ ਨਹੀਂ ਹੈ, ਪਰ ਤੁਸੀਂ ਰੈਫਰੈਂਸ ਵਾਸਤੇ ਇਹਨੂੰ ਯੂਜ਼ ਕਰ ਸਕਦੇ ਹੋ ਤਿਆਰੀ ਕਰਨ ਵਾਸਤੇ। ਸੋ ਸਭ ਤੋਂ ਪਹਿਲਾ ਜਿਹੜਾ ਪਾਰਟ ਹੈ ਉਹ ਦਿੱਤਾ ਗਿਆ ਹੈ ਜਨਰਲ ਨੌਲੇਜ ਤੇ ਅਵੇਅਰਨੈਸ। ਇਹਦੇ ਵਿੱਚ 20 ਕੁਐਸਚਨ ਦਿੱਤੇ ਗਏ ਨੇ, 20 ਨੰਬਰ ਦਾ ਜਿਹੜਾ ਪੇਪਰ ਹੈ ਜਨਰਲ ਨੌਲੇਜ ਦੇ ਵਿੱਚੋਂ ਆਏਗਾ। ਉਸ ਤੋਂ ਬਾਅਦ ਹੈ ਮੈਂਟਲ ਐਬਿਲਿਟੀ। ਸੋ ਮੈਂਟਲ ਐਬਿਲਿਟੀ ਦੇ ਵਿੱਚੋਂ ਜਿਹੜਾ ਹੈ ਉਹ 15 ਨੰਬਰ ਦਾ ਕੁਐਸਚਨ ਆਏਗਾ। ਸੋ ਉਸ ਤੋਂ ਬਾਅਦ ਹੈ ਕੁਆਂਟੀਟੇਟਿਵ ਐਬਿਲਿਟੀ। ਸੋ ਕੁਆਂਟੀਟੇਟਿਵ ਐਪਟੀਟਿਊਡ ਦੇ ਸਭ ਤੋਂ ਜ਼ਿਆਦਾ ਕੁਐਸਚਨ ਰੱਖੇ ਗਏ ਨੇ 30 ਕੁਐਸਚਨ। ਸੋ ਇਹਦੇ ਵਿੱਚੋਂ 30 ਨੰਬਰ ਦਾ ਪੇਪਰ ਆਏਗਾ। ਉਹਦੇ ਬਾਅਦ ਹੈ ਲੈਂਗੁਏਜ, ਇੰਗਲਿਸ਼ ਤੇ ਪੰਜਾਬੀ। ਸੋ ਇੰਗਲਿਸ਼ ਤੇ ਪੰਜਾਬੀ ਦੇ ਵਿੱਚੋਂ 20 ਨੰਬਰ ਦਾ ਪੇਪਰ ਹੈ। ਦੈਨ ਇਨਫੋਰਮੇਸ਼ਨ ਟੈਕਨੋਲੋਜੀ ਹੈ, IT ਦੇ ਵਿੱਚੋਂ ਪੇਪਰ ਜਿਹੜਾ ਹੈ ਉਹ 15 ਨੰਬਰ ਦਾ ਆਏਗਾ। ਦੈਨ ਐਗਰੀਕਲਚਰ ਹੈ, ਐਗਰੀਕਲਚਰ ਦੇ ਵਿੱਚੋਂ 10 ਨੰਬਰ ਦਾ ਪੇਪਰ ਹੈ। ਦੈਨ ਪੰਜਾਬ ਦੀ ਹਿਸਟਰੀ ਤੇ ਕਲਚਰ ਹੈ, ਸੋ ਇਹਦੇ ਵਿੱਚੋਂ ਜਿਹੜਾ ਹੈ 10 ਨੰਬਰ ਦਾ ਪੇਪਰ ਆਏਗਾ। ਸੋ ਇਹ ਸਿਲੇਬਸ ਦੇ ਵਿੱਚ ਅਸੀਂ ਜੇ ਮੇਜਰ ਦੇਖੀਏ ਤਾਂ ਕੁਆਂਟੀਟੇਟਿਵ ਐਬਿਲਿਟੀ ਤੇ ਮੈਂਟਲ ਐਬਿਲਿਟੀ ਦੇ ਵਿੱਚੋਂ 45 ਨੰਬਰ ਦਾ ਪੇਪਰ ਆਉਣਾ ਆ। ਸੋ 45 ਨੰਬਰ ਇਹ ਜਿਹੜੇ ਨੇ ਬਹੁਤ ਇੰਪੋਰਟੈਂਟ ਨੇ। ਸੋ ਇਹਨਾਂ ਦੋਨਾਂ ਚੀਜ਼ਾਂ ਦੀ ਤਿਆਰੀ ਵਾਸਤੇ ਤੁਸੀਂ ਸਾਡੀਆਂ ਬਣਾਈਆਂ ਵੀਡੀਓਜ਼ ਦੇਖ ਸਕਦੇ ਹੋ। ਵਰਬਲ ਐਬਿਲਿਟੀ ਨਾਮ ਦੀ ਇੱਕ ਪਲੇਲਿਸਟ ਬਣਾਈ ਹੈ ਜਿਹਦੇ ਵਿੱਚ ਮੈਂਟਲ ਐਬਿਲਿਟੀ ਦੀਆਂ ਪ੍ਰੋਬਲਮਸ ਨੇ। ਸੋ ਇਹਦੇ ਤੇ ਵੱਖਰੇ ਵੱਖਰੇ ਚੈਪਟਰ ਦੀਆਂ ਵੱਖਰੀਆਂ ਵੱਖਰੀਆਂ ਵੀਡੀਓਜ਼ ਨੇ, ਤੁਸੀਂ ਇਹ ਦੇਖ ਕੇ ਇਹਦੀ ਤਿਆਰੀ ਕਰ ਸਕਦੇ ਹੋ। ਸੋ ਮੈਂਟਲ ਐਬਿਲਿਟੀ ਦੇ ਵਿੱਚੋਂ 15 ਨੰਬਰ ਦਾ ਪੇਪਰ ਆਉਣਾ ਆ। ਇਸੇ ਤਰ੍ਹਾਂ ਹੀ ਕੁਆਂਟੀਟੇਟਿਵ ਐਬਿਲਿਟੀ ਹੈ। ਸੋ ਕੁਆਂਟੀਟੇਟਿਵ ਐਬਿਲਿਟੀ ਦੇ ਵਿੱਚੋਂ ਵੀ 30 ਨੰਬਰ ਦਾ ਪੇਪਰ ਆਉਣਾ ਹੈ। ਸੋ ਤੁਸੀਂ ਇਹਨਾਂ ਵੀਡੀਓਜ਼ ਨੂੰ ਦੇਖ ਕੇ ਆਪਣੀ ਤਿਆਰੀ ਕਰ ਸਕਦੇ ਹੋ। ਬਾਕੀ ਜਿਹੜੀ ਡਿਟੇਲ ਬੁੱਕ ਸਟੱਡੀ ਆ ਉਹਦੇ ਵਾਸਤੇ ਅਸੀਂ ਵੀਡੀਓ ਜਲਦੀ ਲੈ ਕੇ ਆਵਾਂਗੇ। ਸੋ ਹੋਪ ਤੁਹਾਨੂੰ ਇਹ ਇਨਫੋਰਮੇਸ਼ਨ ਚੰਗੀ ਲੱਗੀ ਹੈ। ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰੋ। ਥੈਂਕ ਯੂ ਵੈਰੀ ਮੱਚ।